अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਦੋਸਤੋ, ਬੈਕ ਸਾਈਡ ਤੇ ਜਨਾਬ MF 375 ਹਲ ਚਲਾਉਂਦਾ ਪਿਆ ਪਾਣੀ ਵਿੱਚ ਤੇ ਇੱਥੇ ਲੱਗਣੀ ਹੈ ਮੂੰਜੀ ਜਨਾਬ 1509। ਆਓ ਮਜ਼ੀਦ ਗੱਲਬਾਤ ਕਰਨੇ ਤੇ ਨਾਲ ਤੁਹਾਨੂੰ ਟਰੈਕਟਰ ਦੀ ਪਰਫਾਰਮੈਂਸ ਦਿਖਾਣੇ ਆ। ਤੇ ਕਿਸਾਨ ਵੀਰ ਭਰਾ ਚੈੱਕ ਕਰੋ ਜਨਾਬ, ਇਹ ਕਿੱਲਾ ਜਿਹੜਾ ਹੈ ਇਹ ਸਾਰੀ ਜ਼ਮੀਨ ਨਾਲੋਂ ਨੀਵਾਂ ਹੈ ਤੇ ਇੱਥੇ ਜਨਾਬ ਬਾਰਿਸ਼ਾਂ ਦਾ ਪਾਣੀ, ਖਾਲੇ ਦਾ ਪਾਣੀ ਉਹ ਟੁੱਟ ਤੇ ਪੈਂਦਾ ਰਿਹਾ ਹੈ, ਜਿਹਦੀ ਵਜ੍ਹਾ ਨਾਲ ਪਾਣੀ ਖੁਸ਼ਕ ਨਹੀਂ ਹੋਇਆ ਤੇ ਜ਼ਮੀਨ ਕਿਸਾਨ ਵੀਰ ਭਰਾਵਾਂ ਤੋਂ ਖੁਸ਼ਕ ਵਾਹੀ ਨਹੀਂ ਗਈ, ਜਿਹਦੀ ਵਜ੍ਹਾ ਨਾਲ ਇਹ ਫੈਸਲਾ ਕੀਤਾ ਗਿਆ ਕਿ ਇਸੇ ਤਰੀਕੇ ਨੂੰ ਪਾਣੀ ਨਾਲ ਭਰ ਦਈਏ ਤੇ ਟਰੈਕਟਰ ਤੇ ਹੱਲ ਫੇਰ ਦਈਏ ਤੇ ਫਿਰ ਜਿਹੜਾ ਹੈ ਸੁਹਾਗਾ ਉਹ ਫੇਰ ਦੇਵਾਂਗੇ ਤੇ ਕੱਦੂ ਹੋ ਜਾਸੀ ਤੇ ਫਿਰ ਮੁੰਜੀ ਜਿਹੜੀ ਹੈ 1509 ਉਹ ਮੁੰਤਕਿਲ ਹੋ ਜਾਵੇਗੀ। ਤੇ ਮੇਰੇ ਖਿਆਲ ਨਾਲ ਜਨਾਬ ਇਸ ਤਰ੍ਹਾਂ ਦਾ ਅਗਰ ਏਕੜ ਹੈ ਨਾ ਤੁਹਾਡਾ, ਜਾਂ ਨੀਵੀਂ ਜਗ੍ਹਾ ਤੇ 4 ਕਨਾਲਾਂ ਨੂੰ ਕਿੱਲਾ ਹੈ ਜਾਂ 5 ਕਿੱਲੇ ਨੇ, ਕੋਸ਼ਿਸ਼ ਕੀਤੀ ਕਰੋ ਜਨਾਬ ਬਾਰਿਸ਼ਾਂ ਤੋਂ ਪਹਿਲੇ ਜਦੋਂ ਵੀ ਬੱਤਰ ਆਵੇ ਜ਼ਮੀਨ ਉਦੋਂ ਹੀ ਤੁਸੀਂ ਜਨਾਬ ਜ਼ਮੀਨ ਨੂੰ ਤਿਆਰ ਕਰ ਲੈਣਾ ਹੈ ਤੇ ਤੁਹਾਡੀ ਜਨਾਬ ਜ਼ਮੀਨ ਤਿਆਰ ਹੋਈ ਪਈ ਹੋਵੇ ਤੇ ਫਿਰ ਜਦੋਂ ਵੀ ਪਾਣੀ ਨਾਲ ਭਰੀ ਜਾਵੇ ਉਸ ਵੇਲੇ ਜਨਾਬ ਤੁਸੀਂ ਹੱਲ ਤੇ ਸੁਹਾਗਾ ਮਾਰ ਕੇ ਜਨਾਬ ਮੁੰਜੀ ਦੀ ਸ਼ਿਫਟਿੰਗ ਕਰ ਸਕਦੇ ਹੋ। ਲੇਕਿਨ ਅਗਰ ਤੁਸੀਂ ਕਹਿੰਦੇ ਹੋ ਵੀ ਬਾਰਿਸ਼ਾਂ ਹੁੰਦੀਆਂ ਪਈਆਂ ਨੇ, ਜ਼ਮੀਨ ਖੁਸ਼ਕ ਹੋਵੇ ਤੇ ਇਹਨੇ ਜ਼ਮੀਨ ਖੁਸ਼ਕ ਕੋਈ ਨਾ ਹੋਣਾ, ਕਿਉਂਕਿ ਮੌਸਮ ਵੇਖਦੇ ਪਏ ਹੋ ਨਾ, ਉੱਪਰ ਵਾਲੀ ਸਾਈਡ ਤੇ ਬੱਦਲ ਛੱਦਲ ਬਣੇ ਹੋਏ ਨੇ ਤੇ ਆਏ ਰੋਜ਼ ਜਨਾਬ 2 ਦਿਨ ਸੁੱਕਾ ਕੰਮ ਜਾਂਦਾ, ਤੀਸਰੇ ਚੌਥੇ ਦਿਨ ਫਿਰ ਬਾਰਿਸ਼ ਆ ਜਾਂਦੀ ਹੈ। ਜਿਸ ਤਰੀਕੇ ਤੁਸੀਂ ਵੇਖਦੇ ਪਏ ਉੱਪਰ ਵਾਲੀ ਸਾਈਡ ਤੇ ਬੱਦਲ ਹੋਏ ਖੜੇ ਨੇ, ਕਿਸੇ ਵਕਤ ਵੀ ਬਾਰਿਸ਼ ਆ ਸਕਦੀ ਹੈ। ਬਾਰਿਸ਼ਾਂ ਦਾ ਜਿਹੜਾ ਸਿਲਸਿਲਾ ਹੈ ਉਹਦਾ ਇਤਬਾਰ ਕੋਈ ਨਹੀਂ ਹੁੰਦਾ। ਤੇ ਕਿਸਾਨ ਵੀਰ ਭਰਾਓ ਇਸੇ ਤਰੀਕੇ ਜਨਾਬ 2 ਹੱਲ ਜਿਹੜੇ ਨੇ ਉਹ ਲੱਗ ਜਾਣਗੇ ਤੇ ਫਿਰ ਦੋਹਰਾ ਸੁਹਾਗਾ ਜਾਂ ਇੱਕ ਸੁਹਾਗਾ ਹੀ ਕਾਫੀ ਹੈ। ਅਗਰ ਕਿਸੇ ਵੀ ਕਿਸਾਨ ਵੀਰ ਭਰਾ ਕੋਲ ਰੂਟਾਵੇਟਰ ਹੋਵੇ ਤੇ ਮੇਰਾ ਖਿਆਲ ਹੈ ਵੀ ਉਹ ਬੜੀ ਆਸਾਨੀ ਨਾਲ ਇਹ ਜਿਸ ਤਰੀਕੇ ਜਿਹੜੀ ਬੂਟੀਆਂ ਉਗੀਆਂ ਖੜੀਆਂ ਨੇ ਇਹ ਜਨਾਬ ਇਹਨਾਂ ਦਾ ਸਫਾਇਆ ਹੋ ਜਾਸੀ ਤੇ ਇੱਕ ਰੋਟਰ ਹੀ ਕਾਫੀ ਤੋਂ ਬਾਅਦ ਇਹ ਖਾਲੀ ਪਈ ਹੈ, ਜਿਹਦੀ ਵਜ੍ਹਾ ਨਾਲ ਜ਼ਮੀਨ ਵਹੀ ਹੋਈ ਨਹੀਂ ਸੀ, ਨੀਵੀਂ ਹੋਣ ਦੀ ਵਜ੍ਹਾ ਨਾਲ ਬਾਰ-ਬਾਰ ਪਾਣੀ ਪੈਂਦਾ ਰਿਹਾ, ਬਾਰਿਸ਼ਾਂ ਦਾ ਵੀ ਤੇ ਖਾਲੇ ਦਾ ਵੀ, ਤੇ ਜਿਹਦਾ ਨਤੀਜਾ ਇਹ ਹੋਇਆ ਵੀ ਹੁਣ ਜਦੋਂ ਵਕਤ ਆਇਆ ਹੈ ਮੁੰਜੀ ਲਾਉਣ ਦਾ, ਇਹ ਜਨਾਬ ਜ਼ਮੀਨ ਜਿਹੜੀ ਹੈ ਨਾ ਟਰੈਕਟਰ ਤੋਂ ਵੀ ਅੱਗੇ ਔਖੀ ਹੋਈ ਖੜੀ ਹੈ ਤੇ ਟਰੈਕਟਰ ਜਿਹੜਾ ਨਾ ਫੁੱਲ ਪਾਵਰ ਤੇ ਡਰਾਈਵਰ ਜਿਹੜਾ ਆਪਣੀ ਫੁੱਲ ਤਕਨੀਕ ਨਾਲ ਜਨਾਬ ਹਲਬਾਂ ਦਾ ਵੀ ਕਿਸੇ ਜਗ੍ਹਾ ਤੇ ਹੱਲ ਲੱਗ ਜਾਂਦੇ ਨੇ, ਕਿਸੇ ਜਗ੍ਹਾ ਤੇ ਚੁੱਕਣੇ ਪੈ ਜਾਂਦੇ ਨੇ। ਲੇਕਿਨ ਅਗਰ ਰੂਟਾਵੇਟਰ ਹੋਵੇ ਤੇ ਫਿਰ ਬੈਸਟ ਹੈ, ਲੇਕਿਨ ਇਸ ਟਾਈਮ ਰੂਟਾਵੇਟਰ ਉਹਨਾਂ ਕੋਲ ਮੁਯੱਸਰ ਨਹੀਂ ਹੈਗਾ, ਜਿਹਦੀ ਵਜ੍ਹਾ ਨਾਲ ਹੱਲ ਤੋਂ ਹੀ ਕੰਮ ਲੈਂਦੇ ਪਏ ਨੇ। ਤੇ ਇਹ ਅੰਦਾਜ਼ਾ ਲਾ ਲਓ ਵੀ MF 375 ਕਾਫੀ ਜਿਹੜਾ ਨਾ ਮੁਸ਼ਕਲ ਨਾਲ ਮੋੜ ਕੱਢ MF 375 ਜਨਾਬ ਕਾਫੀ ਮੁਸ਼ਕਲ ਨਾਲ ਮੋੜ ਕੱਢਦਾ ਪਿਆ ਤੇ ਡਰਾਈਵਰ ਦੀ ਜਿਹੜੀ ਨਾ ਡਰਾਈਵਰੀ ਮੇਰਾ ਖਿਆਲ ਹੈ ਵੀ ਕਾਫੀ ਅੱਛੀ ਹੈ, ਵਰਨਾ ਆਮ ਡਰਾਈਵਰ ਤੋਂ ਤੇ ਟਰੈਕਟਰ ਜਿਹੜਾ ਇਵੇਂ ਚੱਲੇ ਹੀ ਨਾ, ਕਿਉਂਕਿ ਜਿਹੜੀ ਜ਼ਮੀਨ ਹੈ ਨਾ ਇਹ ਹੈਗੀ ਚੀਕਣੀ ਤੇ ਟਰੈਕਟਰ ਨੂੰ ਪਕੜ ਲੈਂਦੀ ਹੈ ਤੇ ਫਿਰ ਵੀ ਬਸ ਉਹਦਾ ਹਿਸਾਬ ਕਿਤਾਬ ਨਾਲ ਕੱਦੂ ਕਰਦਾ ਪਿਆ। ਇੱਥੇ ਜਨਾਬ ਲੱਗੂ ਨੇ 1509 ਤੇ ਸਾਡੇ ਪਾਸੇ 1509 1847 1985 1692 ਹੁਣ ਕੰਮ ਸ਼ੁਰੂ ਹੋ ਗਿਆ ਹੈ ਤੇ ਦੁਆ ਕਰੋ ਅੱਲਾਹ ਤਾਲਾ ਇਹ ਸਾਲ ਮੂੰਜੀ ਦੀ ਫਸਲ ਚੰਗੀ ਹੋਵੇ ਤੇ ਰੇਟ ਵੀ ਚੰਗਾ ਲੱਭ ਜਾਵੇ ਤੇ ਜਿਸ ਤਰੀਕੇ ਪਿਛਲੇ ਸਾਲਾਂ ਵਿੱਚ 2-3 ਸਾਲਾਂ ਤੋਂ ਆਪਾਂ ਸਾਰੇ ਜ਼ਮੀਂਦਾਰ ਕਿਸਾਨ ਘਾਟੇ 'ਚ ਹੈ ਤੇ ਮੇਰਾ ਖਿਆਲ ਹੈ ਵੀ ਕਿਸਾਨਾਂ ਨੂੰ ਜਿਹੜਾ ਘਾਟਾ ਪਿਆ ਹੈ ਉਹਦਾ ਅਸਰ ਪੂਰੀ ਮੁਆਸ਼ਤ 'ਤੇ ਹੈ, ਪੂਰੀ ਜ਼ਰਾਅਤ 'ਤੇ ਹੈ ਤੇ ਪੂਰੇ ਮੁਲਕ 'ਤੇ ਹੈ। ਤੇ ਅੰਦਾਜ਼ਾ ਲਾਓ ਵੀ ਬਾਜ਼ਾਰ ਜਿਹੜੇ ਨੇ ਉਹ ਸੁੰਝਾਂ ਪਏ ਨੇ, ਬਾਜ਼ਾਰ ਵਾਲੇ ਦੁਕਾਨਦਾਰ ਦੁਕਾਨ ਤੋਂ ਬਾਹਰ ਨਿਕਲ ਕੇ ਰੋਡ ਵਾਲੇ ਵੇਖਦੇ ਨੇ ਵੀ ਕਿਸਾਨ ਜਿਹੜੇ ਹੈਗੇ ਨੇ ਕੋਈ ਟਰਾਲੀ ਤੇ ਦਾਣੇ ਲਈ ਆਉਂਦਾ ਹੈ ਜਾਂ ਮਕਈ ਲਈ ਆਉਂਦਾ ਹੈ ਜਾਂ ਕੋਈ ਸ਼ੈ ਵੇਚਣ ਵਾਸਤੇ ਲਿਆਉਂਦਾ ਹੈ ਤਾਂ ਉਹ ਸ਼ੈ ਹੀ ਲਿਜਾਵੇਗਾ, ਲੇਕਿਨ ਕਿਸਾਨਾਂ ਦੇ ਪੱਲੇ ਭਰੀ ਕੁਛ ਨਹੀਂ ਹੈਗਾ। ਤੇ ਲਗਾਤਾਰ 3 ਸਾਲ ਤੋਂ ਫਸਲਾਂ ਦਾ ਰੇਟ ਜਿਹੜਾ ਘਾਟੇ 'ਚ, ਉਸ ਦੇ ਨਾਲ ਨਾਲ ਮੈਂ ਆਪਣੇ ਵੀਰ ਨੂੰ ਦੱਸਦਾ ਚੱਲਾਂ ਵੀ ਜਿਹਦੀ ਲੋੜ ਸਾਨੂੰ ਹੈਗੀ ਹੈ ਖਾਦ ਸਪਰੇ ਡੀਜ਼ਲ ਉਹ ਹਰ ਸ਼ੈ ਜਨਾਬ ਮਹਿੰਗੀ, ਹੱਤਾਂ ਕਿ ਟਰੈਕਟਰ ਜਿਹੜੇ ਨੇ ਉਹ ਵੀ ਮਹਿੰਗੇ, ਦਵਾਈ ਇਲਾਜ ਵੀ ਮਹਿੰਗੇ, ਖਾਦਾਂ ਮਹਿੰਗੀਆਂ ਤੇ ਸਸਤੀ ਸਿਰਫ किसान की फसल है।
ਚੈੱਕ ਕਰੋ ਕਿੰਨਾ ਔਖਾ ਹੋ ਰਿਹਾ ਜਨਾਬ ਟਰੈਕਟਰ। ਇੱਥੇ ਚੈੱਕ ਕਰੋ। ਤੇ ਮਕਈ ਜਿਹੜੀ ਹੈ ਉਹਦਾ ਰੇਟ ਵੀ ਇਸ ਵਾਰੀ ਕੋਈ ਖਾਸ ਨਹੀਂ ਰਿਹਾ। ਸ਼ੁਰੂ ਵਿੱਚ ਜਦੋਂ ਮਕਈਆਂ ਉਤਰੀਆਂ ਨਹੀਂ ਸਨ ਤਾਂ ਮੱਕੀ ਦਾ ਰੇਟ ਹੈਗਾ ਸੀ 3500 ਰੁਪਈਏ। ਤੇ ਜਦੋਂ ਇੱਕ ਮਹੀਨਾ ਪਿਛਾਂ ਜਾਈਏ ਤੇ ਮਕਈ ਸ਼ੁਰੂ ਹੋਈ ਤੇ ਫਿਰ ਜਨਾਬ 3500 ਤੋਂ 3000 ਹੋ ਗਿਆ, 2800 2700, ਹੁਣ ਜਨਾਬ ਟਿਕਿਆ ਹੋਇਆ 1800 ਤੋਂ ਲੈ ਕੇ ਤੇ 2200 ਤੱਕ। ਤੇ ਅੰਦਾਜ਼ਾ ਲਾਓ ਵੀ ਸਾਰਾ ਜਿਹੜਾ ਨਾ ਘਾਟਾ ਜ਼ਮੀਂਦਾਰਾਂ ਨੂੰ ਹੀ ਹੈ। ਤੇ ਇਸ ਵਾਰੀ ਕੋਈ ਮਕਈ ਦਾ ਖਾਸ ਝਾੜ ਵੀ ਨਹੀਂ ਨਿਕਲਾ ਤੇ ਨਾ ਰੇਟ। ਤੇ ਮੇਰਾ ਖਿਆਲ ਹੈ ਵੀ ਅਗਲੀ ਜਿਹੜੀ ਫਸਲ ਅਸੀਂ ਮੌਜੂਦਾ ਲਾਉਂਦੇ ਪਏ ਹਾਂ ਇਹਦੇ 'ਤੇ ਵੀ ਕਾਫੀ ਅਸਰ ਪਵੇਗਾ, ਕਿਉਂਕਿ ਜ਼ਮੀਂਦਾਰਾਂ ਕੋਲ ਕੁਛ ਹੋਵੇਗਾ ਤੇ ਚੰਗੀਆਂ ਖਾਦਾਂ ਚੰਗੀ ਖੁਰਾਕ ਪਾਵਣਗੇ ਫਸਲ ਨੂੰ। ਅਗਰ ਜ਼ਮੀਂਦਾਰ ਦੀ ਜੇਬ ਖਾਲੀ ਹੈ ਤੇ ਫਿਰ ਮੇਰਾ ਨਹੀਂ ਖਿਆਲ ਵੀ ਚੰਗੀ ਤਰ੍ਹਾਂ ਜਨਾਬ ਫਸਲ 'ਤੇ ਉਹ ਖਰਚਾ ਕਰੇਗਾ। ਜੇ ਅਗਰ ਖਰਚਾ ਨਾ ਹੋਇਆ ਤੇ ਫਿਰ ਜਨਾਬ ਪੈਦਾਵਾਰ ਜਿਹੜੀ ਹੈ ਉਹ ਘੱਟ ਹੋਵੇਗੀ। ਤੇ ਬਸ ਹਿੰਮਤ ਹੀ ਹੁਣ ਕਰਨੀ ਚਾਹੀਦੀ ਹੈ ਕਿਸਾਨਾਂ ਨੂੰ। ਕੋਸ਼ਿਸ਼ ਕਰੋ 2-2 3-3 ਫਸਲਾਂ ਲਾਓ ਤੇ ਛੋਟੇ ਪੈਮਾਨੇ ਵਾਲੀਆਂ ਲਾਓ। ਜੇ ਅਗਰ ਤੁਸੀਂ ਸੋਚਿਆ ਵੀ ਕਣਕ ਅੱਗੇ ਤੋਂ ਲਾਵਾਂਗੇ ਤੇ ਫਿਰ ਮੇਰਾ ਨਹੀਂ ਖਿਆਲ ਵੀ ਤੁਹਾਡੀ ਪੂਰੀ ਪਵੇਗੀ। ਤੇ ਕਣਕ ਦਾ ਜਿੰਨੀ ਦੇਰ ਰੇਟ ਹਕੂਮਤ 5000 ਨਾ ਕਰੇ ਉਨੀ ਦੇਰ ਕਣਕ ਲਾਉਣਾ ਬੇਵਕੂਫੀ ਹੈ, ਕਿਉਂਕਿ ਕਣਕ ਦਾ ਜਿਹੜਾ ਖਰਚਾ ਹੈ ਉਹ 60-70 ਹਜ਼ਾਰ ਆਉਂਦਾ ਹੈ। ਤੇ ਜੋ ਰੇਟ ਹਕੂਮਤ ਸਾਨੂੰ ਦਿੱਤਾ ਹੈ ਉਹ ਜਨਾਬ ਲੱਖ ਰੁਪਈਆ ਬਣਦਾ ਹੈ। ਪਿਛਾ ਕਿਸਾਨ ਨੂੰ ਜਨਾਬ 20-30 ਹਜ਼ਾਰ ਰੁਪਈਆ ਬਚਦਾ ਹੈ। ਅਗਰ ਜ਼ਮੀਨ ਹੈਗੀ ਹੈ ਠੇਕੇ 'ਤੇ ਫਿਰ ਪੱਲੋਂ ਜਨਾਬ ਲੱਖ ਰੁਪਈਆ ਪੈ ਜਾਂਦਾ ਹੈ। ਇਸ ਵਾਸਤੇ ਕੋਸ਼ਿਸ਼ ਕਰੋ ਛੋਟੀਆਂ 3 ਫਸਲਾਂ ਲਾਓ ਤਾਂ ਕਿ ਇਸ ਮਹਿੰਗਾਈ ਦਾ ਮੁਕਾਬਲਾ ਕੀਤਾ ਜਾਵੇ। ਤੇ ਸਾਡੇ ਇਲਾਕੇ 'ਚ ਕਾਫੀ ਹੁਣ ਦੋਸਤ ਕਹਿ ਰਹੇ ਸਨ ਵੀ ਅਗਰ ਹਕੂਮਤ 5000 ਨਹੀਂ ਕਰੇਗੀ ਤਾਂ ਅਸਾਂ ਜਨਾਬ ਬਿਲਕੁਲ ਕਣਕ ਦੇ ਨੇੜੇ ਨਹੀਂ ਜਾਣਾ ਤੇ ਕਨੋਲਾ ਵਗੈਰਾ ਲਾ ਲਵਾਂਗੇ। ਕਨੋਲੇ ਤੇ 15-20 ਹਜ਼ਾਰ ਖਰਚਾ ਆਉਂਦਾ ਹੈ ਤੇ ਲੱਖ ਡੇਢ ਦਾ ਹੋ ਜਾਂਦਾ ਹੈ। ਤੇ ਮੇਰਾ ਖਿਆਲ ਹੈ ਵੀ ਉੱਤੋਂ ਫਿਰ ਮੱਕੀ ਵੀ ਲੱਗ ਜਾਂਦੀ ਹੈ ਤੇ ਡਬਲ ਫਸਲ ਹੋ ਜਾਸੀ ਤੇ ਫਿਰ ਤੂੰ ਮੁੰਜੀ ਲਾ ਲੈ ਸਨ ਤੇ 3 ਫਸਲਾਂ ਹੋ ਜਾਣਗੀਆਂ। ਹੁਣ ਮੰਡੀ 'ਚ ਅਗਰ ਤੁਸੀਂ ਮੁੰਜੀ ਦਾ ਪਤਾ ਕਰੋ ਤੇ 6000 6500 ਤੱਕ ਹੈਗੀ ਹੈ 1509। ਲੇਕਿਨ ਇਹ ਰੇਟ ਅਗਰ ਸਾਨੂੰ ਚਲੋ 1000 ਘੱਟ ਲੱਭ ਜਾਵੇ 5000 ਵੀ ਲੱਭ ਜਾਵੇ ਤੇ ਮੇਰਾ ਖਿਆਲ ਹੈ ਬੜਾ ਹੈ। ਲੇਕਿਨ ਜਦੋਂ ਫਿਰ ਸਾਡੀ ਫਸਲ ਲਵੇਗੀ ਫਿਰ ਜਨਾਬ ਤਾਜਰ ਮਾਫੀਆ ਜਿਹੜੇ ਨੇ ਉਹ ਆਪਣੀ ਮਰਜ਼ੀ ਹੀ ਕਰਦੇ ਨੇ। ਉਤੋਂ ਜਨਾਬ ਦੋਹਰਾ ਸੁਹਾਗਾ ਫਿਰ ਜਾ ਸੀ ਤੇ ਕੱਦੂ ਹੋ ਜਾ ਸੀ ਮੁਕੰਮਲ। ਲੇਕਿਨ ਇੱਕ ਹੋਰ ਮੈਂ ਆਪਣੇ ਵੀਰਾਂ ਨੂੰ ਦੱਸਦਾ ਚੱਲਾਂ ਵੀ ਇਹਦੇ ਵਿੱਚ ਜਿਹੜੀ ਪਾਣੀ ਦੀ ਮਿਕਦਾਰ ਹੈ ਉਹ ਵੀ ਥੋੜੀ ਹੈ, ਜਿੱਦੀ ਵਜ੍ਹਾ ਨਾਲ ਟਰੈਕਟਰ ਜਿਹੜਾ ਨਾ ਜ਼ਿਆਦਾ ਸਲਿੱਪ ਕਰਦਾ ਪਿਆ ਤੇ ਮਜ਼ੀਦ ਥੋੜਾ ਜਿਹਾ ਪਾਣੀ ਹੁੰਦਾ ਤੇ ਇਸ ਤਰੀਕੇ ਟਰੈਕਟਰ ਨੇ ਸਲਿੱਪ ਨਹੀਂ ਕਰਨਾ ਸੀ। ਤੇ ਫਿਰ ਜਨਾਬ 1509 ਦੀ ਜਿਹੜੀ ਪਨੀਰੀ ਹੈ ਉਹਦੀ ਸ਼ਿਫਟਿੰਗ ਹੋ ਜਾਸੀ ਦੀ ਤੇ 1509 ਲੱਗ ਜਾਵੇਗਾ। ਤੇ ਫਿਰ ਉਹਦੇ ਵਾਸਤੇ ਖਾਦ ਸਪਰੇ ਦਵਾਈਆਂ ਕੱਟੇ ਪਿੱਛੇ ਵੇਚ ਤੇ ਜਨਾਬ ਜ਼ਮੀਂਦਾਰ ਜਾਵੇਗਾ ਬਾਜ਼ਾਰ ਤੇ ਲੈ ਕੇ ਆਵੇਗਾ। ਤੇ ਜਿੰਨੇ ਵੀ ਮੇਰੇ ਗ੍ਰਾਹ ਵੇਖਣ ਵਾਲੇ ਨੇ ਉਹ ਆਪਣੇ ਇਰਦ ਗਿਰਦ ਉਹ ਲਾਜ਼ਮੀ ਦੱਸੋ ਵੀ ਤੁਸੀਂ ਕਿੰਨੀ ਮੁੰਜੀ ਲਗਾਉਂਦੇ ਪਏ ਹੋ ਤੇ ਕਿਹੜੀ ਲਾ ਰਹੇ ਹੋ ਤੇ ਪਿਛਲੇ ਸਾਲ ਕਿਹੜੀ ਮੁੰਜੀ ਲਗਾਈ ਸੀ ਤੇ ਕਿੰਨੀ ਪੈਦਾਵਾਰ ਨਿਕਲੀ ਸੀ ਤੇ ਖਾਦ ਖੁਰਾਕ ਕੀ ਤੁਸੀਂ ਦਿੱਤਾ ਸੀ, ਤਾਂ ਕਿ ਤੁਹਾਡੀ ਕੀਮਤੀ ਰਾਏ ਜਿਨ੍ਹਾਂ ਦੋਸਤਾਂ ਨੇ ਜ਼ਿਆਦਾ ਪੈਦਾਵਾਰ ਲਈ ਹੈ ਉਹ ਰਾਏ ਜਨਾਬ ਬਾਕੀ ਦੋਸਤ ਜਿਹੜੇ ਹੈਗੇ ਨੇ ਉਸ 'ਤੇ ਅਮਲ ਕਰਨ ਤੇ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰ ਲਈਏ, ਕਿਉਂਕਿ ਘਾਟੇ ਆਪਾਂ ਬੜੇ ਬਰਦਾਸ਼ਤ ਕਰ ਲਏ ਨੇ। ਇੰਝ ਲੱਗਦਾ ਜਿਹੜੇ ਜ਼ਮੀਂਦਾਰ ਕਿਸਾਨ ਹੈਗੇ ਨੇ ਉਹ ਘਾਟੇ ਵਾਸਤੇ ਜੰਮੇ ਹੋਏ ਨੇ। ਲੇਕਿਨ ਹਕੂਮਤ ਜਿਹੜੀ ਹੈ ਉਹ ਨਜ਼ਰਸਾਨੀ ਨਹੀਂ ਕਰਦੀ ਪਈ। ਹਕੂਮਤ ਇੰਝ ਲੱਗਦਾ ਜਿਵੇਂ ਫੁੱਲ ਕਿਸਾਨ ਦੁਸ਼ਮਣੀ ਵਿੱਚ ਉਤਰੀ ਹੋਈ ਹੈ। ਤੇ ਤੁਸੀਂ ਅੰਦਾਜ਼ਾ ਲਾ ਲਓ PTI ਦੇ ਦੌਰੇ ਹਕੂਮਤ ਦੇ ਵਿੱਚ ਜਿੰਨੇ ਵੀ ਕਿਸਾਨ ਹੈਗੇ ਸਨ ਉਹ ਜਨਾਬ ਖੁਸ਼ਹਾਲ ਹੈਗੇ ਸਨ। ਇੱਕ ਟਰੱਕ ਜਿਹੜਾ ਹੈ ਜਾਂ ਇੱਕ ਰਕਸ਼ਾ PTI ਦੇ ਦੌਰ ਵਿੱਚ ਇੱਕ ਰਕਸ਼ਾ ਅਗਰ ਮੁੰਜੀ ਦਾ ਲੈ ਕੇ ਜਾਂਦੇ ਸਾਂ ਤਾਂ ਰਕਸ਼ਾ ਖਾਦ ਦਾ ਭਰ ਕੇ ਲੈ ਆਉਂਦੇ ਸੀ। ਲੇਕਿਨ ਹੁਣ ਮੇਰਾ ਖਿਆਲ ਹੈ ਵੀ ਰਕਸ਼ਾ ਲੈ ਜਾਓ ਤਾਂ ਸਕੂਟਰ 'ਤੇ ਖਾਦ ਲੈ ਆਓ। ਇੰਨੀ ਆਪਣੀ ਫਸਲ ਦੀ ਜਿਹੜੀ ਹੈ ਨਾ ਕੀਮਤ ਘੱਟ ਹੋ ਗਈ ਹੈ। ਤੇ ਬਾਕੀ ਹੁਣ ਦੁਆਈ ਕੀਤੀ ਜਾ ਸਕਦੀ ਹੈ, ਹੋਰ ਕੁਛ ਤਾਂ ਆਪਾਂ ਕਰ ਨਹੀਂ ਸਕਨੇ ਹੈ। ਨਾ ਹੀ ਕਿਸਾਨਾਂ ਨੇ ਇਕੱਠਾ ਹੋਣਾ ਹੈ। ਅਗਰ ਕਿਸਾਨ ਇਕੱਠੇ ਇਤਾਦ ਕਰ ਲਵਣ ਤੇ ਚੁੱਪ ਕਰਕੇ ਜਿਸ ਤਰੀਕੇ ਜਨਾਬ
ਤਾਜਰ ਹੜਤਾਲ ਕਰਦੇ ਨੇ, ਆਪਣੀਆਂ ਦੁਕਾਨਾਂ ਬੰਦ ਕਰ ਦਿੰਦੇ ਨੇ, ਨਾ ਕੋਈ ਹੁਕੂਮਤ ਨਾਲ ਲੜਾਈ ਕਰਦੇ ਨੇ, ਨਾ ਝਗੜਾ ਕਰਦੇ ਨੇ, ਤੇ ਆਪਣੇ ਮੁਤਾਲਬਾਤ ਮੰਨ ਲੈਂਦੇ ਨੇ। ਇਸੇ ਤਰੀਕੇ ਸਾਡੇ ਜ਼ਮੀਂਦਾਰ ਕਿਸਾਨਾਂ ਨੂੰ ਵੀ ਚਾਹੀਦਾ ਹੈ ਰੋਡ ਬਲਾਕ ਕਰਨ ਦੀ ਬਜਾਏ, ਡੰਡੇ ਖਾਣ ਦੀ ਬਜਾਏ ਚੁੱਪ ਕਰਕੇ ਜਨਾਬ ਸ਼ਹਿਰ ਦਾ ਬਾਈਕਾਟ ਕਰੋ। ਕੋਈ 10 ਦਿਨ ਮਹੀਨਾ ਜਨਾਬ ਨਾ ਕੋਈ ਸ਼ੈ ਉੱਥੋਂ ਲਿਆਓ ਤੇ ਨਾ ਲਿਜਾਓ, ਤੇ ਇਨਸ਼ਾ-ਅੱਲਾਹ ਤਾਲਾ ਤੁਹਾਡੇ ਮਾਮਲਾਤ ਹੱਲ ਹੋ ਜਾਣਗੇ। ਜੇ ਅਗਰ ਤੁਸੀਂ ਇਤਫਾਕ ਨਹੀਂ ਕਰੋਗੇ ਤੇ ਆਪਣਾ ਇਤਜਾਜ ਇਸ ਤਰੀਕੇ ਰਿਕਾਰਡ ਨਹੀਂ ਕਰਾਓਗੇ ਤਾਂ ਫਿਰ ਜਨਾਬ ਤੁਹਾਡਾ ਅੱਲਾ ਹੀ ਵਾਰਸ ਹੈ, ਤੇ ਫਿਰ ਗਿਲੇ ਸ਼ਿਕਵੇ ਨਾ ਕਿਤੇ ਕਰੋ ਹੁਕੂਮਤ ਤੇ, ਕਿਉਂਕਿ ਜਿੰਨੀ ਦੇਰ ਇਤਫਾਕ ਨਹੀਂ ਹੋਵੇਗਾ ਉਨੀ ਦੇਰ ਆਪਾਂ ਨੁਕਸਾਨ 'ਚ ਰਵਾਂਗੇ। ਤੇ ਆਪਣੇ ਇਲਾਕੇ ਦੀ ਸੂਰਤ ਹਾਲ ਤੋਂ ਆਗਾਹ ਕਰਿਆ ਜੇ, ਤਾਂ ਕਿ ਕਿਸਾਨ ਵੀਰ ਭਰਾ ਤੁਹਾਡੀਆਂ ਤਜਵੀਜ਼ ਕਰਦਾ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਉਸ 'ਤੇ ਅਮਲ ਕਰਨ ਤੇ ਆਪਣੀ ਫਸਲ ਦੀ ਪੈਦਾਵਾਰ ਵਧਾਵਣ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।